स्टार्ट करते हैं। अगर कोई डाउट्स या क्वेश्चन नहीं है तो डाउट्स वगैरह पूछ लिया करो बेटा। अगर कोई प्रॉब्लम आती है बाद में फिर प्रॉब्लम आ जानी है कि ਤੁਹਾਡੇ ਕੋਲ ਪਾਈਲ ਅਪ ਇਕੱਠਾ ਹੋ ਜਾਣਾ। ਸੋ ਇਸ ਕਰਕੇ ਤੁਹਾਡਾ ਸਿਲੇਬਸ ਵੀ ਕਾਫੀ ਜ਼ਿਆਦਾ ਹੋ ਜਾਂਦਾ ਹੈ। ਫਿਰ ਪ੍ਰੋਬਲਮ ਆਉਂਦੀ ਹੈ ਕਿ ਤੁਸੀਂ ਕਈ ਵਾਰ 10 ਕੁਐਸਚਨ ਪੁੱਛੋਗੇ ਫਿਰ ਕਈ ਵਾਰ ਹੁੰਦਾ ਅਟੈਂਡ ਨਹੀਂ ਕਰ ਪਾਉਂਦੇ। ਇਸ ਵਾਰ ਤਾਂ ਬ੍ਰੇਨ ਫਰੈਸ਼ ਹੈ। ਸੋ ਟੌਪਿਕ ਚੱਲ ਰਿਹਾ ਤਾਂ ਤੁਸੀਂ ਜਿੰਨਾ ਪੁੱਛੋਗੇ ਮੈਂ ਜਵਾਬ ਦੇ ਦਾਂਗਾ। ਹੋ ਸਕਦਾ ਕਈ ਵਾਰ ਆਊਟ ਮਾਈਂਡ ਹੋ ਜਾਂਦਾ, ਸਕਿਪ ਹੋ ਜਾਂਦਾ। ਸੋ ਗ੍ਰੈਂਡ ਕੈਨੋਨੀਕਲ ਐਗਜ਼ਾਮਪਲ ਦੀ ਆਪਾਂ ਗੱਲ ਕਰ ਰਹੇ ਸੀ ਬੇਟਾ। ਇਹਦੇ ਵਿੱਚ ਮਿਊ ਬੀਟੀ ਦੇ ਨਾਲ ਆਪਾਂ ਮੈਕਰੋਸਟੇਟ ਨੂੰ ਰਿਪਰੈਜ਼ੈਂਟ ਕਰਦੇ ਹਾਂ। ਬਾਕੀ ਸਾਰੀਆਂ ਮੈਂਟਲ ਕਾਪੀਜ਼ ਹੈ। ਰਿਜ਼ਰਵਾਇਰ ਜਿਹੜਾ ਆਪਣੇ ਕੋਲ ਦਿੱਤਾ ਹੋਇਆ ਹੈ, ਇਹ ਰਿਜ਼ਰਵਾਇਰ ਆਊਟਸਾਈਡ ਤੋਂ ਜਿਹੜਾ ਫਰੋਮ ਅਦਰ ਪਾਰਟ ਆਫ ਦੀ ਯੂਨੀਵਰਸ ਤੋਂ ਆਈਸੋਲੇਟਡ ਹੈ। ਮਤਲਬ ਇਹਦੇ ਵਿੱਚ ਕੋਈ ਨਾ ਤਾਂ ਐਕਸਟਰਨਲ ਹੀਟ ਆ ਸਕਦੀ ਹੈ, ਨਾ ਜਾ ਸਕਦੀ ਹੈ, ਨਾ ਪਾਰਟੀਕਲ ਐਕਸਚੇਂਜ ਆਊਟਸਾਈਡ ਤੋਂ ਆ ਰਿਹਾ ਹੈ। ਸਿਰਫ ਮੈਂਟਲ ਕਾਪੀਜ਼ ਦੇ ਅੰਦਰ ਹੀ ਐਕਸਚੇਂਜ ਅਲਾਉਡ ਹੈ। ਸੋ એનર્ਜੀ ਐਕਸਚੇਂਜ ਐਜ਼ ਵੈਲ ਐਜ਼ ਨੰਬਰ ਆਫ ਪਾਰਟੀਕਲ ਐਕਸਚੇਂਜ ਅਲਾਉਡ ਹੈ। ਉਹਦੇ ਵਿੱਚ ਰਿਗਾਰਡਿੰਗ ਆਪਾਂ ਗੱਲ ਕਰ ਰਹੇ ਸੀ। ਸੋ ਇਹਦੇ ਵਿੱਚ ਆਪਣੇ ਕੋਲ ਜਿਹੜਾ ਕਨਸੈਪਟ ਡਿਸਕਸ ਕੀਤਾ, ਨੰਬਰ ਆਫ ਪਾਰਟੀਕਲ ਆਫ ਦੀ ਸਿਸਟਮ ਇਜ਼ ਕਾਂਸਟੈਂਟ, ਟੋਟਲ એનર્ਜੀ ਆਫ ਦੀ ਸਿਸਟਮ ਇਜ਼ ਕਾਂਸਟੈਂਟ, ਲੇਕਿਨ ਆਪਸ ਦੇ ਵਿੱਚ ਪਾਰਟੀਕਲ ਇੰਟਰਚੇਂਜ ਕਰ ਸਕਦੇ ਆ। ਇਸ ਕਰਕੇ NR ER ਆ ਰਿਹਾ ਐਂਡ NR ਇਨਟੂ ਕੈਪੀਟਲ ਆਫ NR ਦਾ ਕਨਸੈਪਟ ਵੀ ਆਪਣੇ ਕੋਲ ਆਏਗਾ ਬਿਕਾਜ਼ ਨੰਬਰ ਆਫ ਪਾਰਟੀਕਲ ਐਜ਼ ਵੈਲ ਐਜ਼ એનર્ਜੀ ਐਕਸਚੇਂਜ ਅਲਾਉਡ ਹੈ। ਠੀਕ ਹੈ ਜੀ। ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ। ਸੋ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਜਿਹੜੀ ਹੈ ਉਹ n ਫੈਕਟੋਰੀਅਲ ਡਿਵਾਈਡਡ ਬਾਈ n ਨੋਟ n1 n2 and so on ਆਪਾਂ ਰਿਪਰੈਜ਼ੈਂਟ ਕੀਤੀ ਹੋਈ ਹੈ। ਇਹਦਾ ਮਤਲਬ ਕੀ ਹੈ, n ਨੋਟ ਪਾਰਟੀਕਲ ਦੀ ਕੋਰਸਪੋਂਡਿੰਗ એનર્ਜੀ ਜਿਹੜੀ ਹੈਗੀ ਹੈ ਇੱਕ ਬਾਕਸ ਦੀ એનર્ਜੀ E1 ਹੈ। n1 ਦੇ ਕੋਰਸਪੋਂਡਿੰਗ ਪਾਰਟੀਕਲ ਜਿਹੜੇ ਹੈ n1 ਪਾਰਟੀਕਲ ਦੀ એનર્ਜੀ E2 ਹੈ ਤੇ n2 ਦੇ ਪਾਰਟੀਕਲ ਦੀ એનર્ਜੀ ਕੋਰਸਪੋਂਡਿੰਗ E2 ਹੈ ਐਂਡ nr ਪਾਰਟੀਕਲ ਦੇ ਕੋਰਸਪੋਂਡਿੰਗ ਜਿਹੜੀ એનર્ਜੀ E of r ਹੈ। ਸੋ ਇਹਦੇ ਕੋਰਸਪੋਂਡਿੰਗ ਟੋਟਲ ਨੰਬਰ ਆਫ ਪਾਰਟੀਕਲ n ਫੈਕਟੋਰੀਅਲ ਦੇ ਕੋਰਸਪੋਂਡਿੰਗ ਦਿੱਤੇ ਹੋਏ ਹੈ ਤੇ ਜਿਹੜਾ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਹੈ ਟੋਟਲ ਨੰਬਰ ਆਫ ਪਾਰਟੀਕਲਸ ਜਿਹੜੇ ਹੈਗੇ ਉਹਨਾਂ ਦੇ ਅਰੇਂਜਮੈਂਟਸ ਡਿਵਾਈਡਡ ਬਾਈ ਇੰਡੀਵਿਜੂਅਲ ਅਰੇਂਜਮੈਂਟਸ ਜਿਹੜੇ ਕਿ ਆਪਣੇ ਇੰਟਰਨਲ ਅਰੇਂਜਮੈਂਟ ਐਗਜ਼ਿਸਟ ਕਰਦੇ ਜਿਹੜੇ ਕਿ ਮੀਨਿੰਗਲੈਸ ਹੈ ਇਸ ਕੇਸ ਦੇ ਵਿੱਚ। ठीक है जी। सो सारा फंडा आप लेके चले हुए थर्मोडायनामिकल प्रोबेबिलिटी ਨੂੰ अगर आप लॉग ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਬਿਕਾਜ਼ ਥਰਮੋਡਾਇਨਾमिकल प्रोबेबिलिटी ਜਿਹੜੀ n ਫੈਕਟੋਰੀਅਲ ਕਾਫੀ ਲਾਰਜ ਨੰਬਰ ਹੋਏਗਾ। ਸੋ log of w is equal to log of n ਫੈਕਟੋਰੀਅਲ ਹੈ। ਉਹਦੇ ਵਿੱਚ ਕੀ ਹੈ ਮਾਈਨਸ ਆ ਗਿਆ, ਮਾਈਨਸ log of m minus log of n ਦਾ ਫੈਕਟਰ ਆ ਗਿਆ। ਉਹਦੇ ਵਿੱਚ ਸਟਰਲਿੰਗ ਫਾਰਮੂਲਾ ਤੁਸੀਂ ਲਗਾ ਦਿੱਤਾ। ਅਲਟੀਮੇਟਲੀ ਆਪਣੇ ਕੋਲ ਜਿਹੜਾ ਇਹ ਵਾਲਾ ਫੈਕਟਰ ਬਚ ਜਾਂਦਾ ਹੈ। ਹੁਣ ਅਗਰ ਆਪਣਾ ਸਿਸਟਮ ਤੇ ਇਕੁਇਲਿਬਰੀਅਮ ਸਿਸਟਮ ਹੈ ਜਾਂ ਫਿਰ ਹੁਣ ਆਪਾਂ ਕਹਿ ਲਈਏ ਕਿ ਮੈਕਸਿਮਮ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਵਾਲਾ ਸਿਸਟਮ ਹੈ ਜਿੱਥੇ ਸਿਸਟਮ ਮੈਕਸਿਮਮ ਸਟੇਟ ਦੇ ਵਿੱਚ ਮੈਕਸਿਮਲੀ ਹੋਲਡ ਕਰਦਾ ਹੈ। ਉਸ ਕੇਸ ਦੇ ਵਿੱਚ ਕੀ ਹੈ ਬੇਟਾ ਡੈਲਟਾ ਫੈਕਟਰ ਜਿਹੜਾ ਡੈਰੀਵੇਟਿਵ ਹੋਏਗਾ ਇਸ ਚੀਜ਼ ਦਾ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਦਾ ਬਿਕਾਜ਼ ਮੈਕਸਿਮਮ ਜਾਂ ਮਿਨੀਮਮ ਕੇਸ ਦੇ ਲਈ ਆਪਣੇ ਕੋਲ 0 ਹੋ ਜਾਏਗਾ। तो डेरिवेटिव लाओगे तो ਤੁਹਾਡੇ ਕੋਲ log of n star nr star plus 1 ਦੇ ਕੋਰਸਪੋਂਡਿੰਗ ਆਪਣੇ ਕੋਲ ਬਚੇਗਾ ਐਂਡ ਆਪਣੇ ਕੋਲ ਜਿਹੜਾ ਇਹ ਵਾਲਾ ਫੈਕਟਰ ਹੈ ਡੈਲਟਾ nr ਦਾ ਨॉन ਜ਼ੀਰੋ ਹੋਏਗਾ, ਬਾਕੀ ਇਹ ਵਾਲਾ ਪਾਰਟ ਜ਼ੀਰੋ ਹੋ ਜਾਏਗਾ। ਸੋ ਇਹਦੇ ਵਿੱਚ ਜਿਹੜੀਆਂ ਬਾਉਂਡਰੀ ਕੰਡੀਸ਼ਨਸ ਲਗਾਈਆਂ ਲੈਗਰਾਂਜੀ ਮਲਟੀਪਲਾਇਰ ਦੇ ਕੇਸ ਵਿੱਚ ਸੋਲਵ ਕਰਨ ਦੇ ਲਈ ਉਹ ਆਪਾਂ ਇਨਕਲੂਡ ਕਰਾਂਗੇ ਬਾਈ ਯੂਜ਼ਿੰਗ ਫੈਕਟਰ a ਐਂਡ b। ਸੋ ਇਹਨਾਂ ਨੂੰ ਆਪਾਂ ਸੋਲਵ ਆਊਟ ਕਰਾਂਗੇ ਵਾਟ ਇਜ਼ a ਵਾਟ ਇਜ਼ b ਜਿਸ ਤਰ੍ਹਾਂ ਆਪਾਂ ਕੈਨੋਨੀਕਲ ਸੈਂਪਲ ਦੇ ਕੇਸ ਵਿੱਚ ਸੋਲਵ ਕੀਤਾ ਹੈ ਬੇਟਾ। तो सारी स्टोरीज ऑलमोस्ट क्लियर होनी चाहिए ਤੁਹਾਨੂੰ बेटा। ਆਪਾਂ ਇਹ ਸੋਲਵ ਕੀਤਾ ਹੈ ਲੈਗਰਾਂਜੀ ਮਲਟੀਪਲਾਇਰ a b ਐਂਡ c ਬਿਕਾਜ਼ ਦੇ ਅੰਦਰ ਦੀਆਂ ਆਪਣੇ ਕੋਲ ਬਾਉਂਡਰੀ ਕੰਡੀਸ਼ਨਸ ਹੈ ਉਹ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਡੈਲਟਾ nr0 ਡੈਲਟਾ er ਇਨਟੂ ਡੈਲਟਾ nr0 nr ਇਨਟੂ ਡੈਲਟਾ nr0 ਤੋਂ ਦੇ ਅੰਦਰ ਇਹ ਬਾਉਂਡਰੀ ਕੰਡੀਸ਼ਨ ਹੈ ਜਿਹੜੀਆਂ ਆਪਾਂ ਇੱਥੇ ਇੰਪਲੀਮੈਂਟ ਕੀਤੀ ਹੈ। ਸੋ ਇਹਦੇ ਵਿੱਚ ਡੈਲਟਾ nr ਤਾਂ ਆਪਣੇ ਕੋਲ ਵੇਰੀਏਬਲ ਹੈ ਬਿਕਾਜ਼ ਪਾਰਟੀਕਲ ਹੈ ਕਿ ਕਿਸੇ ਬਾਕਸ ਵਿੱਚ ਮਾਈਕਰੋਸਟੇਟ ਚੇਂਜ ਕਰਦੀਆਂ ਰਹਿੰਦੀਆਂ ਆਪਸ ਦੇ ਵਿੱਚ। ਸੋ ਆਪਣੇ ਕੋਲ ਫੈਕਟਰ ਕਿਹੜਾ 0 ਹੋਏਗਾ, ਇਹ ਵਾਲਾ ਜਿਹੜਾ ਬਿਗਰ ਫੈਕਟਰ 0 ਹੋਏਗਾ। ਉਸ ਤੋਂ ਬਾਅਦ ਇਹਨੂੰ ਐਕਸਪੋਨੈਂਸ਼ੀਅਲ ਫੈਕਟਰ ਦੀ ਫਾਰਮ ਦੇ ਵਿੱਚ ਲਿਖਿਆ ਜਾਂਦਾ ਹੈ। ਐਕਸਪੋਨੈਂਸ਼ੀਅਲ ਫੈਕਟਰ ਦੀ ਫਾਰਮ ਦੇ ਵਿੱਚ ਤੁਸੀਂ ਲਿਖ ਦਿੱਤਾ ਤਾਂ nr star will turn out to be g of e raised to 1 minus beta er plus minus per minus cnr ਦੀ ਕੋਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ਸੋ ਜਦੋਂ ਤੁਸੀਂ ਇਹਨੂੰ ਸਮੇਸ਼ਨ ਕਰੋਗੇ ਸੌਰੀ ਜਦੋਂ ਤੁਸੀਂ ਇਹਨੂੰ ਇੰਪਲੀਮੈਂਟ ਕਰੋਗੇ ਕਿ ਜਿਹੜਾ ਕਨਸਟੈਂਟ ਕਿਸ ਤਰ੍ਹਾਂ ਫਾਈਂਡ ਆਊਟ ਕਰੋਗੇ ਬਿਕਾਜ਼ nr star ਨੂੰ ਸਾਰਿਆਂ ਨੂੰ ਸਮ ਕਰ ਦੋ ਤਾਂ ਉਹਦੀ ਕੋਰਸਪੋਂਡਿੰਗ ਟੋਟਲ ਨੰਬਰ ਆਫ ਪਾਰਟੀਕਲਸ ਆਉਂਦੇ ਆ। ਸੋ nr star ਦੀ ਜਿਹੜੀ ਵੈਲਿਊ ਹੈ ਇਹਦੇ ਵਿੱਚ ਕਲਿੱਕ ਕਰੋ ਤੁਹਾਡੇ ਕੋਲ ਜਿਹੜਾ g ਕਨਸਟੈਂਟ ਹੈ ਉਸ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਅਲਟੀਮੇਟਲੀ ਤੁਹਾਡੇ ਕੋਲ ਜਿਹੜਾ ਰਿਜ਼ਲਟ ਹੈ nr star ਦੀ ਕੋਰਸਪੋਂਡਿੰਗ ਇਸ ਤਰ੍ਹਾਂ ਦਾ ਰਿਜ਼ਲਟ ਤੁਹਾਡੇ ਕੋਲ ਦਿਖ ਜਾਂਦਾ। ਸੋ ਇੱਥੇ ਤੱਕ ਆਪਾਂ ਆਲਮੋਸਟ ਕਰ ਚੁੱਕੇ ਹਾਂ। So suppose the probability for the occurrence of the state is PER and NR ਦੇ ਬਰਾਬਰ ਆਏਗੀ। ठीक है जी। So probability for the occurrence of the state is PER NR ਦੇ ਬਰਾਬਰ ਅਗਰ ਮੰਨ ਕੇ ਚੱਲਦੇ ਹਾਂ then the average number of the particles will be given by so average number of particles ਕਿਹੜੇ ਹੋ ਜਾਣਗੇ ਬੇਟਾ n ਕੀ ਹੋ ਜਾਏਗਾ ਕਿੰਨੇ ਨੰਬਰ ਆਫ ਪਾਰਟੀਕਲ ਕਿਸੇ ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਕਿਸੇ ER ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਤਾਂ ਉਹਦੇ ਟੋਟਲ ਮੈਂ ਸਮ ਅਪ ਕਰਦੀ ਆਲ ਓਵਰ ਤਾਂ ਉਹਦੇ ਵਿੱਚ ਕਿੰਨੇ ਪਾਰਟੀਕਲ ਕਿੰਨੇ ਕਿਹੜੀ ਸਟੇਟ ਦੇ ਵਿੱਚ ਹੋਣ ਦੀ ਕਿੰਨੀ ਪ੍ਰੋਬੈਬਿਲਿਟੀ ਹੈ ਤਾਂ ਉਹਦੇ ਨਾਲ ਆਪਾਂ ਮਲਟੀਪਲਾਈ ਕਰਦੇ ਹਾਂ। So probability multiplied by the number of particles available for a particular energy state ਤਾਂ ਉਹਦੀ corresponding ਅਗਰ ਆਪਾਂ ਸਮ ਕਰ ਲਈਏ ਤਾਂ average number of particle ਆਪਣੇ ਕੋਲ ਆ ਜਾਣਗੇ।
ठीक है जी। सो दैट इज nr into per is equal to average number of particle you can simply say ਜਿਹੜਾ ਕਿ ਆਪਾਂ ਫਾਈਂਡ ਆਊਟ ਕੀਤਾ ਹੋਇਆ nr into er divided by n ਦੇ ਬਰਾਬਰ ਆਏਗਾ ਤੇ ਇਹ ਚੀਜ਼ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। So expression over r nr star er and nr into divided by n ਦੇ ਬਰਾਬਰ ਆ ਗਿਆ। ਸੋ ਇਹਦੀ corresponding ਤੁਸੀਂ nr star ਦੇ n star divided by n ਦੇ corresponding ਤੁਸੀਂ ਇਹਨੂੰ ਲਿਖ ਸਕਦੇ ਹੋ। ठीक है जी। सो nr ਤੁਹਾਡੇ ਕੋਲ ਆਲਰੇਡੀ ਹੈਗਾ ਬੇਟਾ, nr star ਦੀ ਤੁਸੀਂ ਵੈਲਿਊ ਫਾਈਂਡ ਆਊਟ ਕੀਤੀ ਹੋਈ ਹੈ ਤਾਂ ਉਹਦੀ ਵੈਲਿਊ ਵਗੈਰਾ ਫਿਲ ਆਊਟ ਕਰਕੇ ਤੁਸੀਂ ਇਹਨੂੰ ਨੋਟ ਡਾਊਨ ਕਰ ਸਕਦੇ ਹੋ। So therefore the probability for the occurrence of the state is given by p of er nr मतलब particle ਜਿਹੜੇ ਤੁਹਾਡਾ ਸਿਸਟਮ ਹੈ er state ਦੇ ਵਿੱਚ ਐਗਜ਼ਿਸਟ ਕਰੇਗਾ and nr particle ਹੋਣਗੇ ਉਹਦੇ ਵਿੱਚ, ਉਹਦੀ probability ਹੈ। So for the system to occur in a particular micro state or macro state ਆਪਣੇ ਕੋਲ ਜਿਹੜੀ probability ਹੋਏਗੀ that will be given by nr star divided by n, it will be equal to e raised to power minus per minus cnr divided by summation over r e raised to power minus per minus cnr ਦੇ ਬਰਾਬਰ ਆ ਜਾਏਗਾ। ਸੋ ਇਹ ਬੜੀ ਜਿਹੜੀ ਚੀਜ਼ ਹੈ ਬੇਟਾ ਆਪਾਂ ਪੜ੍ਹੀ ਹੋਈ ਹੈ ਕਿ ਜਿਹੜਾ ਡਿਨੋਮੀਨੇਟਰ ਵਾਲਾ ਫੈਕਟਰ ਹੈ, ਜਿਹੜਾ ਸਮੇਸ਼ਨ ਵਾਲਾ ਪਾਰਟ ਹੈ, ਉਹ ਆਪਾਂ ਮੰਨ ਕੇ ਚੱਲਦੇ ਹਾਂ ਕਿ ਆਪਣੇ ਕੋਲ ਪਾਰਟੀਸ਼ਨ ਫੰਕਸ਼ਨ ਦੇ ਬਰਾਬਰ ਆ ਜਾਂਦਾ ਹੈ। ਸੋ ਜਿਹੜਾ ਕੈਨੋਨੀਕਲ ਐਂਸੈਂਬਲ ਦੇ ਕੇਸ ਵਿੱਚ ਕੀਤਾ ਸੀ, ਐਵੇਂ ਵਾਲਾ ਪਾਰਟ ਵੀ ਆਪਣੇ ਕੋਲ ਪਾਰਟੀਸ਼ਨ ਫੰਕਸ਼ਨ ਦੇ ਬਰਾਬਰ ਹੋਏਗਾ। ਸੋ ਟੇਕਿੰਗ ਦੀ ਮੋਸਟ ਪ੍ਰੋਬੇਬਲ ਸਟੇਟ ਟੂ ਬੀ ਐਵਰੇਜ ਸਟੇਟ ਵੀ ਕੈਨ ਰਿਪਲੇਸ nr star by nr and we get p of er nr. So it will turn out to be nr divided by n, or it can be simply rewritten as grand. Note that the grand canonical ensemble differs from the canonical ensemble just in the exchange of the number of particles. So the expression for probability in the case of grand canonical ensemble should reduce to that for canonical ensemble. If we take c is equal to 0, अगर आप c नो 0 कर देंगे because अपने को तीन फैक्टर है, to omit the contribution of the change in the number of particles, this will turn out to be a canonical ensemble. So अपने को तीन contribution है, ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਮੈਂ ਦੁਬਾਰਾ ਲੈ ਕੇ ਜਾਣਾ ਉੱਥੇ। ਸੋ ਆਪਣੇ ਕੋਲ ਕੀ ਹੈ ਬੇਟਾ, ਅਗਰ c ਵਾਲੇ ਪਾਰਟ ਨੂੰ ਤੁਸੀਂ 0 ਕਰ ਦਿੰਦੇ ਹੋ ਮਤਲਬ ਨੰਬਰ ਆਫ ਪਾਰਟੀਕਲ ਦਾ ਐਕਸਚੇਂਜ ਆਪਾਂ ਨਲੀਫਾਈ ਕਰ ਦਿੰਦੇ ਹਾਂ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਆ ਜਾਏਗਾ, ਇਟ ਵਿਲ ਬੀ ਜਸਟ e raised to minus per divided by summation over r e raised to minus per ਦੇ ਫੈਕਟਰ ਦੇ ਬਰਾਬਰ ਆ ਜਾਏਗਾ। ठीक है बेटा। सो ਇਹਦੇ ਰਿਗਾਰਡਿੰਗ ਆਪਣੇ ਕੋਲ ਕਨਸੈਪਟ ਆ ਜਾਏਗਾ। ਸੋ ਇਸ ਤਰ੍ਹਾਂ ਦਾ ਆਪਣੇ ਕੋਲ ਕੈਨੋਨੀਕਲ ਐਂਸੈਂਬਲ ਦੇ ਵਿੱਚ ਆਪਾਂ ਪ੍ਰੋਬੇਬਿਲਿਟੀ ਫੈਕਟਰ ਫਾਈਂਡ ਆਊਟ ਕੀਤਾ ਹੋਇਆ ਹੈ। ठीक है जी। सो अगर आप सी ਨੂੰ 0 ਕਰਤਾ मतलब अगर ਆਪਾਂ ਪਾਰਟੀਕਲ ਐਕਸਚੇਂਜ ਸਵਿਚ ਆਫ ਕਰ ਦਿੰਦੇ ਤਾਂ ਆਪਾਂ ਕੈਨੋਨੀਕਲ ਸਿਸਟਮ ਦੇ ਉੱਪਰ ਪਹੁੰਚ ਜਾਂਦੇ ਹਾਂ। ਅਗਰ ਪਾਰਟੀਕਲ ਐਕਸਚੇਂਜ ਅਲਾਉ ਕਰ ਦਿੰਦੇ ਆ ਤਾਂ ਆਪਾਂ ਗ੍ਰੈਂਡ ਕੈਨੋਨੀਕਲ ਦੇ ਉੱਪਰ ਪਹੁੰਚ ਜਾਂਦੇ ਹਾਂ। ठीक है जी। ਸੋ ਹੁਣ ਆਪਣੀ ਗੱਲ ਆ ਜਾਂਦੀ ਹੈ व्हाट इज सी। ਸੋ सी ਕੀ ਹੈ ਬੇਟਾ, ਪਾਰਟੀਕਲ ਐਕਸਚੇਂਜ ਅਲਾਉਡ ਹੈ, ਦੇ ਵਿੱਚ ਕੀ ਰਿਲੇਟ ਹੋਏਗਾ ਬੇਟਾ, ਕੈਮੀਕਲ ਪੋਟੈਂਸ਼ੀਅਲ ਇਨਵੋਲਵ ਹੋਏਗਾ। ਸੋ ਜਿਹੜਾ B ਹੈ, B ਕਿ ਆਪਣੇ ਕੋਲ ਕੀ ਹੋ ਜਾਏਗਾ ਬੇਟਾ, e raised to minus BER, ਉਹਦੀ ਕੋਰਸਪੋਂਡਿੰਗ ਆਪਣੇ ਕੋਲ ਕੀ ਹੋ ਜਾਏਗਾ ਬੇਟਾ, B is equal to ਬੀਟਾ ਦੀ ਕੋਰਸਪੋਂਡਿੰਗ ਹੈ 1/kt ਕੈਨੋਨੀਕਲ ਐਂਸੈਂਬਲ ਦੇ ਕੇਸ ਵਿੱਚ ਤੁਸੀਂ ਦੇਖ ਸਕਦੇ ਹੋ। ਹੁਣ ਜਿਹੜਾ ਤੁਹਾਡੇ ਕੋਲ NR ਦੀ ਕੋਰਸਪੋਂਡਿੰਗ C ਫੈਕਟਰ ਹੈ, ਤੁਸੀਂ ਕੈਮੀਕਲ ਪੋਟੈਂਸ਼ੀਅਲ ਦੇ ਨਾਲ ਰਿਲੇਟ ਕਰ ਸਕਦੇ ਹੋ। ਉੱਥੇ ਲਿਖਿਆ ਹੈ ਬੇਟਾ। Okay. So the expression for the probability in case of grand canonical should reduce to that for the canonical ensemble. If we take C is equal to 0, to omit the contribution of the change in the number of particles, this can be the same as the for the canonical ensemble. If we identify it as B as beta is equal to 1/kt, next C is related with the change in the number of particles. Equilibrium for which is achieved when canonical chemical potential becomes the same. Thus, C must be related to the chemical potential. C is proportional to mu. Since mu has the dimensions of energy, chemical potential की है energy की dimension ਦੇ ਵਿੱਚ ਹੁੰਦਾ है, and C is dimensionless. We include mu by we divide mu by kt to get C. In fact, vigorous derivation shows that C is equal to minus mu by kt ਦੇ ਫੈਕਟਰ ਦੇ ਵਿੱਚ ਆਪਣੇ ਕੋਲ ਰਿਜ਼ਲਟ ਆਤਾ ਹੈ। So vigorous derivations ਵੀ ਦਿੱਤੀਆਂ ਹੋਈਆਂ ਲੇਕਿਨ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ, ਆਪਾਂ ਸਿਰਫ ਤੇ ਸਿਰਫ ਬੇਸਿਕ ਆਰਕੀਟੈਕਚਰ ਇਨਕਲੂਡ ਕਰਾਂਗੇ। So C is equal to minus mu by kt ਦੇ ਬਰਾਬਰ ਆਪਣੇ ਕੋਲ ਰਿਜ਼ਲਟ ਆ ਜਾਂਦਾ ਹੈ। So which is equal to minus beta into mu. So C is equal to minus beta into mu ਲਿਖ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਅਲਫਾ ਦੇ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੋ। So you can simply rewrite your probability factor e raised to minus beta er minus alpha nr, or you can divide it by summation over r e raised to minus beta er minus alpha nr ਦੇ ਬਰਾਬਰ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। और you can simply rewrite in forms of Boltzmann factor kt mu by kt ਦੇ corresponding 1/kt and mu by kt ਦੇ corresponding ਤੁਹਾਡੇ ਕੋਲ ਰਿਜ਼ਲਟ ਆ ਜਾਣਗੇ। So mostly ਲੇਕਿਨ ਆਪਾਂ alpha ਜਾਂ beta ਦੀ ਫਾਰਮ ਦੇ ਵਿੱਚ ਹੀ ਲੈ ਸਕਦੇ ਹਾਂ। So it must be emphasized that the above result differs from that canonical ensemble in the term involving alpha, and it must be same as for the corresponding canonical ensemble for alpha is equal to 0. So अगर आप alpha ਨੂੰ switch off कर देंगे मतलब alpha ਨੂੰ अगर 0 put कर देंगे तो आप ultimately canonical ensemble ਦੀ part ਦੇ ਵਿੱਚ ਆ ਜਾਣਗੇ। Extending these results, we introduce a new quantity. So ਆਪਾਂ ਕੀ ਕਰ ਸਕਦੇ ਬੇਟਾ, new quantity ਨੂੰ introduce ਕਰ ਸਕਦੇ ਹਾਂ। Q is equal to summation over r e raised to minus b er minus alpha and r ਦੇ ਬਰਾਬਰ ਰਿਜ਼ਲਟ ਆ ਜਾਂਦਾ। जो ਆਪਾਂ ਪਾਰਟੀਸ਼ਨ ਫੰਕਸ਼ਨ ਇਹਨੂੰ ਮੰਨ ਕੇ ਚੱਲਦੇ ਹਾਂ।
So it is called the grand canonical partition function or macrocanonical partition function. We further introduce another quantity that is z is equal to e raised to power minus alpha or which is equal to e raised to power mu by kt के बराबर अपने को रिजल्ट आ जाता है. It is called absolute activity or fugacity ਦੇ ਬਰਾਬਰ ਰਿਜ਼ਲਟ ਆ ਜਾਂਦਾ ਹੈ. ਸੋ ਨੂੰ fugacity ਦਾ ਰਿਜ਼ਲਟ ਵੀ ਦਿੱਤਾ ਜਾਂਦਾ ਹੈ e raised to power mu by kt. ਤੁਸੀਂ ਇਹਨੂੰ ਵੈਲਿਊ ਨੂੰ ਇੰਟਰਪ੍ਰੀਟ ਕਰ ਸਕਦੇ ਹੋ. ਇਹ ਕਾਫੀ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ ਬੇਟਾ. ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਲਈ ਕਾਫੀ ਜ਼ਿਆਦਾ ਕੰਮ ਦਾ ਹੋਏਗਾ. So z is equal to e raised to power minus alpha और alpha ਕੀ ਹੈ minus mu by kt. So it will be e raised to power minus mu by kt ਦੇ ਬਰਾਬਰ ਆ ਜਾਏਗਾ. So fugacity ਦਾ ਨਾਮ ਦਿੱਤਾ ਜਾਂਦਾ ਹੈ. ਤੁਹਾਡੇ ਲਈ ਨਵੀਂ ਟਰਮੀਨੋਲੋਜੀ ਹੈ. Accordingly, grand canonical partition function ਜਿਹੜਾ ਹੋਏਗਾ summation over r e raised to power minus alpha r e raised to power minus alpha and r e raised to power minus beta er ਉਹਦੀ corresponding ਤੁਹਾਡੇ ਕੋਲ e raised to power minus alpha ਨੂੰ ਤੁਸੀਂ z ਪੁੱਟ ਕਰ ਦਿਓ e z raised to power nr ਆ ਜਾਏਗਾ and e raised to power minus beta er ਦੇ ਬਰਾਬਰ ਆ ਜਾਏਗਾ. So z raised to power nr ਕਾਫੀ ਇੰਪੋਰਟੈਂਟ ਹੈ. ਇਹ ਤੁਹਾਡੇ ਕੰਮ ਦੀ ਚੀਜ਼ ਹੈ ਬੇਟਾ ਜਿਸ ਵੇਲੇ ਆਪਾਂ quantum statistics discuss ਕਰਾਂਗੇ. So since variation in the energy ER and that in the number of particle n are independent of each other, so variation in the energy and particle number are independent. We split the above assumption for all ER and NR into two parts. First, we keep the NR part fixed and perform the sum over all the energy allowed energy states. And having done that, we carry out sum over all the possible values of NR. Accordingly, we have partition function will be equal to z raised to power nr e raised to power minus beta er के बराबर आ जाएगा. ठीक है. So z raised to power nr आ गया, q of nr के बराबर आ गया. अपने को अल्टीमेटली इस तरह का कुछ रिजल्ट आ जाएगा. So ये चीज आपका पार्टीशन फंक्शन लिखा है बेटा. So summation over r e raised to power minus beta er ਦੇ corresponding अपने को सेपरेट summation है. ये ਆਪਾਂ canonical part ਦੇ ਵਿੱਚ ਕੀਤੀ ਹੋਈ canonical ensemble ਦੇ ਕੇਸ ਵਿੱਚ ਇਹ ਜਿਹੜਾ ਨਵਾਂ ਪਾਰਟ ਹੈ ਇਹਨੂੰ ਆਪਾਂ separate ਲਿਖ ਸਕਦੇ ਹਾਂ. So ਆਪਣੇ ਕੋਲ canonical ensemble ਦਾ partition function multiplied by z raised to power minus nr ਦੇ corresponding ਆ ਗਿਆ. तो इस तरह हम लिख सकते हैं. So dependency of E comes from the dependency of ER on volume. Note that NR minimum value is equal to 0 and NR maximum value is equal to N naught. For mathematical convenience, we take the upper limit to be infinite rather than N naught. We can rewrite this thing as अपना किया partition function जो डिवाइस करते हैं वो मान के चलते हैं कि number of particle बहुत ज़्यादा नहीं N naught नहीं मानते अपन infinity मान लेते हैं तो the corresponding अपने को partition function ZVD है Q ये लिखा है बेटा लेकिन लिखने का स्टाइल वक्र है canonical का वक्र बनाता है Q and grand canonical का Q थोड़ा अपन वक्र डिजाइन किया है. ठीक है जी. So that is n is equal to 0 to infinity is addressed by nr and partition function for the canonical ensemble. ठीक है जी. So अब मैं ये चीज़ फाइंड आउट कर सकते हो. So this shows that the grand canonical partition function can be determined if we know canonical partition function, but in practice particularly in quantum mechanical problems and the interacting system, if it turns out that direct evaluation of the partition function is easier than the determining of the canonical partition function. So grand canonical partition function ਨੂੰ find out करना आसान है as compared to that one ਜਿਹੜਾ ਆਪਾਂ canonical system ਲਈ find out ਕਰਦੇ ਹਾਂ. ਹੁਣ ਆਪਾਂ ਕਰਨੇ ਆ ਬੇਟਾ connection between statistical quantities partition function that is q z vt ਨਾਲ ਰਿਪਰੈਜ਼ੈਂਟ ਕੀਤਾ ਜਾਂਦਾ. ਪਹਿਲਾਂ ਆਪਾਂ ਕੀ ਸੀਗਾ ਬੇਟਾ mu vt ਲਿਖਦੇ ਸੀ. mu vt ਨੂੰ ਆਪਾਂ ਕੀ ਕੀਤਾ ਕਨਵਰਟ ਕਰ ਲਿਆ mu ਨੂੰ z ਦੀ ਫਾਰਮ ਦੇ ਵਿੱਚ ਤਾਂ ਇਹਨੂੰ ਆਪਾਂ z vt ਲਿਖਾਂਗੇ rather than mu vt for the macro state. Then thermodynamics of the system. So statistical quantity and thermodynamical quantities ਜਿਹੜੀਆਂ ਉਹਨਾਂ ਨੂੰ ਕਿੱਦਾਂ ਇੰਟਰੋਡਿਊਸ ਕੀਤਾ ਜਾਂਦਾ ਹੈ. So ਆਪਣੇ ਕੋਲ partition function ਲਿਖਿਆ ਹੈ ਬੇਟਾ z raised to power nr q of vt ਬਰਾਬਰ ਲਿਖਿਆ ਹੋਇਆ ਜੀ. ਉਹਦੇ ਵਿੱਚ ਆਪਾਂ following grammars we introduce a new quantity. So ਇਹਦੇ ਵਿੱਚ ਆਪਾਂ ਇੱਕ potential introduce ਕਰਦੇ ਹਾਂ. q potential ਦਾ ਨਾਮ ਦਿੱਤਾ ਜਾਂਦਾ ਹੈ. So q potential ਆਪਣੀ ਕਾਫੀ ਸਾਰੀਆਂ ਪ੍ਰੋਬਲਮਸ ਨੂੰ ਸਿੰਪਲੀਫਾਈ ਕਰੇਗਾ ਜਦੋਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਬਜ਼ਰਵ ਕਰੋਗੇ. So ਆਉਣ ਵਾਲੇ ਟਾਈਮ ਤੇ ਪਤਾ ਲੱਗੇਗਾ ਕਿ ਤੁਸੀਂ ਜਦੋਂ ਆਪਾਂ ਐਂਟਰੋਪੀ ਦੀ ਐਕਸਪ੍ਰੈਸ਼ਨ ਲਿਖਾਂਗੇ ਜਾਂ ਕੋਈ ਵੀ ਐਕਸਪ੍ਰੈਸ਼ਨ ਲਿਖਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨਾ ਕੁ ਫਾਇਦੇਮੰਦ ਹੈ ਆਪਣੀ ਮੈਥਮੈਟਿਕਸ ਨੂੰ ਸੋਲਵ ਕਰਨ ਦੇ ਲਈ. So q potential is equal to log of partition function. The partition function ਦਾ ਜਿਹੜਾ log ਹੈ ਉਹਨੂੰ ਆਪਾਂ q potential ਦੇ ਨਾਮ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਏਗਾ. So log of e raised to minus beta er minus alpha nr ਦੇ ਬਰਾਬਰ ਆਪਾਂ ਲਿਖ ਦਿੱਤਾ ਹੈ z raised to nr q of nr vt ਦੇ ਬਰਾਬਰ ਲਿਖਿਆ ਹੈ. So q of z vt is called q potential of the system that we can exchange energy and particles with the surrounding. In view of the relations between z and alpha, b and er and t and beta, we write q z vt as q is equal to log of e raised to minus beta er minus nr. So ਆਪਣੇ ਕੋਲ ਕੀ ਹੈ ਪਾਰਟੀਸ਼ਨ ਫੰਕਸ਼ਨ ਜਿਹੜਾ ਹੈ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ. ਹੁਣ ਪਾਰਟੀ q ਪੋਟੈਂਸ਼ੀਅਲ ਜਿਹੜਾ ਹੈ ਉਹਦੇ ਵਿੱਚ ਕਿਤੇ ਡਿਪੈਂਡ ਕਰਦਾ ਹੈ ਬੇਟਾ ਆ ਬੀਟਾ ਫੈਕਟਰ ਤੇ ਡਿਪੈਂਡ ਕਰੇਗਾ ਇਸ ਕਰਕੇ ਬੀਟਾ ਲਿਖ ਦਿੱਤਾ. ਅਲਫਾ ਤੇ ਡਿਪੈਂਡ ਕਰੇਗਾ ਅਲਫਾ ਲਿਖ ਦਿੱਤਾ ਐਂਡ er ਤੇ ਡਿਪੈਂਡ ਕਰੇਗਾ ਇਸ ਕਰਕੇ ਆਪਾਂ ਇਹਨੂੰ ਇਸ ਦੇ ਕੋਰਸਪੋਂਡਿੰਗ ਲਿਖ ਸਕਦੇ ਹਾਂ. ਸੋ ਇੰਟਰਨਲ ਡਿਪੈਂਡੈਂਸ ਜਿਹੜੀ nr ਦੀ ਉਹਦੀ ਅਲਫਾ ਦੇ ਥਰੂ ਆ ਜਾਏਗੀ.
the infinite simple change in the Q potential will be given by, so dq will be divided up full derivative है ਉਹਨੂੰ ਆਪਾਂ ਲਿਖ ਸਕਦੇ ਹਾਂ curl q by curl alpha, curl q by curl beta and curl q by curl es ਦੇ ਫਾਰਮ ਦੇ ਵਿੱਚ ਲਿਖ ਸਕਦੇ ਹੋ। es ਦੀ ਜਗ੍ਹਾ ਤੁਸੀਂ er ਵੀ ਲਿਖ ਸਕਦੇ ਹੋ depending on your requirements। ਇੱਕ ਮਿੰਟ ਬੇਟਾ ਪਲੀਜ਼ हाँ जी। सो ये ਆਪਾਂ ਕੀ ਕੀਤਾ ਬੇਟਾ ਇਹਨਾਂ ਸਾਰਿਆਂ ਨੂੰ ਵੱਖਰਾ ਵੱਖਰਾ ਕਰ ਲਿਆ। ਸੋ ਆਪਣੇ ਕੋਲ ਕੀ ਦਿੱਤਾ ਹੋਇਆ ਇਹਦੇ ਵਿੱਚ ਚੈੱਕ ਕਰ ਸਕਦੇ ਬੇਟਾ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ। हाँ जी। ਸੋ ਇਹਦੇ ਵਿੱਚ ਆਪਾਂ ਲਿਖਿਆ ਸੀਗਾ ਬੇਟਾ ਆਹ ਵਾਲੇ ਜਿਹੜੇ ਫੈਕਟਰ ਲਿਖੇ ਹੋਏ ਆ ਦੈਟ ਇਜ਼ ਇਹ ਵਾਲੇ ਬੇਟਾ ਤੁਹਾਡੀ ਸਕਰੀਨ ਦੇ ਉੱਪਰ ਇਹ ਕਲੀਅਰ ਹੋਏਗਾ ਬੇਟਾ। कर्ल q by कर्ल अल्फा तो पर केमिकल पोटेंशियल q पोटेंशियल अपने को ਦਿੱਤਾ ਹੋਇਆ ਬੇਟਾ ਇਹਨੂੰ ਅਲਫਾ ਦੇ ਨਾਲ ਇਹਦਾ ਡੈਰੀਵੇਟਿਵ ਕਰ ਦਿਓ। ਇਹ ਸਾਰੀ ਇਹ ਵਾਲੀ ਕੁਆਂਟੀਟੀ ਆ ਜਾਏਗੀ। ਇਸ ਵੇਲੇ ਦਾ ਬੀਟਾ ਦੇ ਨਾਲ ਡੈਰੀਵੇਟਿਵ ਕਰੋਗੇ q ਦਾ ਤਾਂ ਬੀਟਾ ਇਹ ਵਾਲੀ ਕੁਆਂਟੀਟੀ ਆ ਜਾਏਗੀ। ਇਸ ਵੇਲੇ એનર્ਜੀ ਦੇ ਨਾਲ er ਦੇ ਨਾਲ ਡੈਰੀਵੇਟਿਵ ਕਰੋਗੇ ਜਾਂ es ਦੇ ਨਾਲ ਡੈਰੀਵੇਟਿਵ ਕਰੋਗੇ ਤਾਂ ਉਹਦੇ ਕਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ਸੋ er ਦੀ ਜਗ੍ਹਾ er ਦੇ ਨਾਲ er ਵੀ ਕੈਂਸਲ ਕੀਤਾ ਹੋਇਆ ਤਾਂ ਆਪਾਂ es ਤੇ ਲੈ ਕੇ ਚੱਲੇ ਤਾਂ ਅਲਟੀਮੇਟਲੀ ਆਪਾਂ ਲੇਟਰ ਸਟੇਜ ਦੇ ਉੱਪਰ ਇਹਨੂੰ ਯੂਜ਼ ਕਰਾਂਗੇ। ठीक है बेटा जी। सो अल्टीमेटली ये वाले फैक्टर सारे आ गए अपने को। सो डी क्यू कैन बी रिटन इन दी फॉर्म कि अपने को ये वाले सारे फैक्टर अपने को लिखे जाएंगे। ठीक है डी अल्फा डी बीटा डी ई आर इथे डी अल्फा मिस हो गया बेटा ध्यान रखियो। सो ये चीज़ां तुसीं टेक केयर करनी है। सो सारे फैक्टर अपने को आ जाएंगे एंड ਜਿਹੜੇ ਪਹਿਲੇ फैक्टर ਆਪਾਂ ਲਿਖੇ ਹੋਏ ਆ एन आर स्टार डिवाइडेड बाय एन ਉਹਦੇ फैक्टर ਦੇ ਬਰਾਬਰ ਹੋ ਜਾਣਗੇ। एन आर ਪਹਿਲਾਂ ਸੈਪਰੇਟ ਆਊਟ ਹੋ ਜਾਏਗਾ। एन आर स्टार डिवाइडेड बाय एन ਦਾ फैक्टर ਜਿਹੜਾ ਇੱਥੇ ਆ ਜਾਏਗਾ। एन आर स्टार डिवाइडेड बाय एन ਜਿਹੜੇ ਆਪਣੇ ਕੋਲ फैक्टर ए ਵਾਲੇ ਆ ਇਹ ਜਿਹੜੇ ਇਨਵੋਲਵ ਹੋ ਰਹੇ ਦੈਟ ਇਜ਼ एन आर स्टार डिवाइडेड बाय एन ਇਹ ਆਪਾਂ ਪਹਿਲਾਂ ਫਾਈਂਡ ਆਊਟ ਕਰ ਚੁੱਕੇ। So ये सारे फैक्टर d alpha d beta and d er ਦੇ ਵਿੱਚ ਆ ਜਾਣਗੇ। So you can simply rewrite this factor as a अपने को एवरेज नंबर ऑफ पार्टिकल हो गए ये एवरेज एनर्जी होगी बेटा एंड बीटा डिवाइडेड बाय n n ਤੁਹਾਡਾ कांस्टेंट है इस करके बाहर आ जाएगा बाकी सारा पार्ट अंदर रहेगा। सो ਇਹਦੇ ਵਿੱਚ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਐਵਰੇਜ ਨੰਬਰ ਆਫ ਪਾਰਟੀਕਲ ਅਗਰ ਆਪਾਂ ਸਿਸਟਮ ਦੀ ਫਾਈਂਡ ਆਊਟ ਕਰਨੇ ਹੋਣ ਤਾਂ ਕੀ ਹੋਏਗਾ ਬੇਟਾ dq ਨੂੰ ਆਪਾਂ ਫਸਟ ਆਫ ਦੇ ਨਾਲ ਕੰਪੇਅਰ ਕਰਾਂਗੇ ਤਾਂ ਐਵਰੇਜ ਨੰਬਰ ਆਫ ਪਾਰਟੀਕਲ ਵਿਲ ਬੀ ਇਕੁਅਲ ਟੂ dq by d alpha विद द नेगेटिव साइन। अगर आप एवरेज एनर्जी करनी हो तो कर्ल q by कर्ल बीटा के कॉरस्पॉन्डिंग विद नेगेटिव साइन आ जाएगा एंड अगर एवरेज एनर्जी करनी हो तो माइनस q by कर्ल बीटा के कॉरस्पॉन्डिंग अपने को रिजल्ट आ जाएगा। सो अपने को सारे फैक्टर आ जाएंगे बेटा। सो वी नो दैट एवरेज नंबर ऑफ पार्टिकल्स एंड एवरेज एनर्जी आर एवरेज वैल्यू एट एनी टाइम द एक्चुअल वैल्यू ऑफ द नंबर ऑफ एनर्जी कैन बी डिफरेंट। For the we shall denote the infinite decimal differences by dn and de respectively। सो अपने को ਜਿਹੜੇ ਫੈਕਟਰ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ de और ਸਿੰਪਲ ਆਪਣੇ ਕੋਲ ਜਿਹੜੇ ਫੈਕਟਰ ਹੈ ਉਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਸਪੋਜ਼ ਕਰੋ ਤੁਹਾਡੇ ਕੋਲ ਇਸ ਤਰ੍ਹਾਂ ਦੀ ਟਰਮ ਦਿੱਤੀ ਹੋਈ ਹੈ। ਸੋ d of q plus q alpha of n and plus beta of e ਐਵਰੇਜ ਵੈਲਿਊ ਲਿਖੀ ਹੋਈ ਹੈ ਤਾਂ ਉਹਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰੋਗੇ ਬੇਟਾ ਪਹਿਲਾਂ ਤੁਹਾਡੇ ਕੋਲ ਇਹ ਦੋ ਫੈਕਟਰ ਨੇ ਪਹਿਲਾਂ ਇੱਕ ਇੱਕ ਕਰਕੇ ਇਹਨਾਂ ਦਾ ਡੈਰੀਵੇਟਿਵ ਲਾਓਗੇ ਉਸ ਤੋਂ ਬਾਅਦ ਇਹ ਵੀ ਦੋ ਫੈਕਟਰ ਨੇ ਇਹਨਾਂ ਦਾ ਇੱਕ ਇੱਕ ਕਰਕੇ ਤੁਸੀਂ ਡੈਰੀਵੇਟਿਵ ਲਾਓਗੇ ਅਲਟੀਮੇਟਲੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਰਿਜ਼ਲਟ ਆਉਣਗੇ। सो dq प्लस n हो गया अल्फा d अल्फा हो गया प्लस e अपने को आ गया ਉਹਦੀ ਕੋਰਸਪੋਂਡਿੰਗ d बीटा आ गया ਵਿੱਚ प्लस ਉਹਦੀ ਕੋਰਸਪੋਂਡਿੰਗ ਆਪਣੇ ਕੋਲ ਜਿਹੜੇ ਬਾਕੀ ਵੈਕਟਰ ਆ ਗਏ ਉਹ ਸਾਰੇ ਆਪਾਂ ਲਿਖ ਲਏ। ਬਾਕੀ ਜਿਹੜਾ ਰਾਈਟ ਹੈਂਡ ਸਾਈਡ ਦੇ ਉੱਪਰ ਆ ਗਿਆ dq ਦੀ ਵੈਲਿਊ ਆਪਾਂ ਲਿਖ ਦਿੱਤੀ ਬੇਟਾ। फिर सारे सारे फैक्टर है dq हो गया एवरेज वैल्यू ऑफ n इनटू d अल्फा e इनटू d बीटा ਦੇ ਬਰਾਬਰ ਜਿਹੜਾ ਫੈਕਟਰ ਹੈ ਇਹਦੇ ਨੇ ਜੋ ਸਮ ਕਰਦੇ ਸੀ ਇਹਦੀ ਵੈਲਿਊ ਜਿਹੜੀ ਲਿਖੀ ਹੋਈ ਹੈ ਉਹਨੂੰ ਆਪਾਂ ਇੱਥੇ ਬੈਕਪੁੱਟ ਕਰ ਦਿੱਤਾ। ਬਾਕੀ ਫੈਕਟਰ ਦੀ ਵੈਲਿਊ ਆਪਾਂ ਐਸ ਸੱਚ ਲਿਖ ਦਿੱਤੀ ਯੂਜ਼ਿੰਗ ਦੀ ਪ੍ਰੀਵੀਅਸ ਰਿਜ਼ਲਟ ਆਪਾਂ ਲਿਖੇ ਹੋਏ। So dq plus alpha of n plus beta of e it can be written as beta factor बाहर काट लो बाकी सारे अंदर रख लो बेटा। अल्टीमेटली अपने को इस तरह का कुछ फैक्टर इवॉल्व हो जाएगा बेटा के लास्ट में अपने को रिजल्ट हो जाएगा अल्फा इज इक्वल टू माइनस बीटा समथिंग लाइक दैट इज अकॉर्डिंग लिखा हुआ है अल्फा इज इक्वल टू माइनस बीटा टू। So we note that nr into der। So अपने को ये तीन फैक्टर बचे बेटा nr into der is the change in the energy or heat of the elements in the ensemble। So कितने average number of particle multiplied by the change in energy। So this is the given by change in energy of the elements in the ensemble that have energy er। So थोड़े जे पार्टिकल जिन्हां दी एनर्जी चेंज कर रहे हो ਉਹਦੇ ਨਾਲ corresponding कितने पार्टिकल ने। So अगर ਆਪਾਂ ਉਹਦੀ परसेंटेज कर दईए this is the total energy loss by the ensemble since it is isolated from the surrounding energy loss is taking place only if these elements does some work consequently minus 1 by n summation over nr into der। तो एनर्जी लॉस क्यों होएगा ਜਾਂ एनर्जी वर्क क्यों होएगी तब because there has to be some work done। तो work done ਦੀ ਫਾਰਮ ਦੇ ਵਿੱਚ ਆਪਾਂ ਲਿਖ ਸਕਦੇ ਹਾਂ। So tw ਇਸ ਫੈਕਟਰ ਨੂੰ ਆਪਾਂ ਲਿਖਿਆ ਜਿਸ ਤਰ੍ਹਾਂ ਆਪਾਂ ਕੈਨੋਨੀਕਲ ਐਂਸੈਂਬਲ ਦੇ ਵਿੱਚ ਇਹ ਵਸਤੂ ਲਿਖਿਆ ਸੀ।
सो बाकी की आ गया डी क्यू बीटा बाहर सीगा एनर्जी की लिख सकते बेटा डी लिख सकते हो फिर डी डब्ल्यू लिखो ਇਹਦੇ ਵਿੱਚ ਕੀ ਹੋ ਗਿਆ ਕੈਮੀਕਲ ਪੋਟੈਂਸ਼ੀਅਲ ਇਨਟੂ ਡੀ ਐਨ ਆ ਗਿਆ ਆਪਾਂ ਇਹਦੀ ਕੋਰਸਪੋਂਡਿੰਗ ਲਿਖ ਦਿੱਤਾ ਇਹਨੂੰ ਆਪਾਂ ਯੂ ਦੇ ਬਰਾਬਰ ਲਿਖ ਦਿੰਦੇ ਆ ਬੇਟਾ ਇੰਟਰਨਲ એનર્ਜੀ ਇਸ ਕਰਕੇ ਆਪਾਂ ਇਸ ਫਾਰਮੂਲੇ ਵਿੱਚ ਲਿਖਿਆ ओके जी सो अपने को की लिखा है बेटा अल्टीमेटली अपने को एक्सप्रेशन होता है dq du plus dw minus mu dn के बराबर होता है लेकिन इथे अपने को की है dq d डेरिवेटिव ऑफ q plus alpha into n plus beta of a is equal to beta into dq के बराबर आ गया तो ਇਹਦੇ ਵਿੱਚ ਆਪਾਂ ਇਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਇਸ ਤਰ੍ਹਾਂ ਦੀ ਇਕੁਏਸ਼ਨ ਆਪਣੇ ਕੋਲ ਬਚ ਜਾਂਦੀ ਹੈ ਸੋ dq is equal to tds ਦੇ ਬਰਾਬਰ ਆ ਜਾਂਦਾ ਹੈ ਸੋ ਇਹਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ ਸੋ tds is equal to tds ਹੋ ਗਿਆ ਇਹਦੇ ਨਾਲ ਮਲਟੀਪਲਾਈ ਕਰੋ 1/kt ਬੀਟਾ ਦੇ ਬਰਾबर हो गया dq plus alpha n plus beta of t आ गया so ds divided by k अपने को राइट हैंड साइड के बराबर आ जाता है अल्टीमेटली अपने को लिखा केमिकल पोटेंशियल सॉरी q पोटेंशियल है q पोटेंशियल ਨੂੰ एंट्रोपी ਦੀ ਨਾਮ ਦੇ ਵਿੱਚ ਲਿਖ ਸਕਦੇ ਹੋ so you can simply rewrite in this form t of s plus mu of n minus e divided by kt ਦੇ ਬਰਾਬਰ ਆ ਜਾਏਗਾ ਜੀ ਤੁਹਾਡਾ q potential so from thermodynamics we know that ਤੁਹਾਡੀ ਕੋਲ gibbs free energy is equal to mu into n ਦੇ ਬਰਾਬਰ ਹੁੰਦੀ ਹੈ ਤੇ which can be rewritten in the form KTQ minus TS into E ਦੇ ਬਰਾਬਰ ਹੋ ਜਾਏਗਾ ਸੋ ਇਹ ਸਾਰੇ ਦਾ ਸਾਰਾ ਫੈਕਟਰ ਤੁਹਾਡੇ ਕੋਲ ਇੰਪਲਾਈ ਹੋ ਜਾਏਗਾ ਅਲਟੀਮੇਟਲੀ ਸੋ G is equal to KT into Q plus एनर्जी minus TS रीअरेंज किया हुआ है बेटा also from thermodynamics अपने को लिखी होता है G is equal to U plus PV और you can simply write that G is equal to H minus TS के बराबर हो जाएगा E is equal to U is equal to E के बराबर होता है PV minus TS के बराबर हो गया अपन इक्वेट कर सकते हैं बेटा अपन इक्वेट करिए तो अल्टीमेटली किया जाएगा TS के बराबर हो गया अपने को एनर्जी अपने को एनर्जी के बराबर होगी एंड PV is equal to KT into Q के बराबर हो गया so we can simply rewrite PV is equal to KT into Q और you can simply deduce that ਜਿਹੜਾ ਤੁਹਾਡੇ ਕੋਲ q ਪੋਟੈਂਸ਼ੀਅਲ ਹੈ ਇਟ ਇਜ਼ ਇਕੁਅਲ ਟੂ pv by kt ਦੇ ਬਰਾਬਰ ਆ ਜਾਏਗਾ ਸੋ ਇਹ ਸਾਰੇ ਦਾ ਸਾਰਾ ਜਿਹੜਾ ਆਪਾਂ ਪ੍ਰੋਬਲਮ ਕੀਤੀ ਹੈ ਅਲਟੀਮੇਟਲੀ ਆਪਣੇ ਕੋਲ ਜਿਹੜਾ q ਪੋਟੈਂਸ਼ੀਅਲ ਦੀ ਆਪਾਂ ਸਿਗਨੀਫੀਕੈਂਸ ਫਾਈਂਡ ਆਊਟ ਕਰਨ ਦੀ ਗੱਲ ਕੀਤੀ ਹੈ ਜਿਹੜਾ q ਪੋਟੈਂਸ਼ੀਅਲ ਹੈ ਇਟ ਵਿਲ ਟਰਨ ਆਊਟ ਟੂ ਬੀ pv by kt ਸੋ ਪ੍ਰੈਸ਼ਰ ਜਿਹੜਾ ਹੈ ਸੋ ਪ੍ਰੈਸ਼ਰ ਵਿਲ ਬੀ ਇਕੁਅਲ ਟੂ kt ਡਿਵਾਈਡਡ ਬਾਈ v ਦੇ ਬਰਾਬਰ ਆ ਜਾਏਗਾ ਮਲਟੀਪਲਾਈਡ ਬਾਈ q q ਇਜ਼ ਇਕੁਅਲ ਟੂ ਤੁਹਾਡਾ log of partition function ਦੇ ਬਰਾਬਰ ਹੋਏਗਾ So this gives us a relationship between pressure for an isolated system of volume V at temperature T and the Q potential or macro potential or grand partition function के बराबर आ जाएगा. So from here we find that average value of the number of particles it is equal to minus curl Q by curl F or which is equal to minus curl Q by curl Z or dz by d alpha which can be rewritten in the form. So ਇਹਦੇ ਵਿੱਚ ਆਪਾਂ find ਕਰ ਸਕਦੇ ਹਾਂ ਇਸ ਇਕੁਏਸ਼ਨ ਤੋਂ ਬੇਟਾ ਕਿ ਆਪਣੇ ਕੋਲ ਕੀ ਆਏਗਾ. ठीक है जी सो इस तरह की इक्वेशन को ਤੁਸੀਂ ਡਰਾਈਵ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਜਿਹੜਾ ਐਵਰੇਜ ਨੰਬਰ ਆਫ ਪਾਰਟੀਕਲਸ ਇਟ ਵਿਲ ਬੀ ਗਿਵਨ ਬਾਈ z ਇਨਟੂ ਕਰਲ q ਬਾਈ ਕਰਲ z ਦੇ ਬਰਾਬਰ ਆ ਜਾਏਗਾ ਤਾਂ ਸਾਰੇ ਫੈਕਟਰ ਤੁਸੀਂ ਇੱਥੇ ਫਾਈਂਡ ਕਰ ਸਕਦੇ ਹੋ ਤੁਹਾਡੀ ਔਨ ਦੀ ਸਕਰੀਨ ਸ਼ੋ ਕੀਤੇ ਹੋਏ ਬੇਟਾ ਨੋਟਸ ਵਿੱਚ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਹੋਏ ਆ so eliminating z between the expression pv by kt and average number of particles we find a relationship so अपने कोल relationship between these which is simply the equation of state ਸੋ ਆਪਣੇ ਕੋਲ ਕੀ ਐਵਰੇਜ એનર્ਜੀ ਆਪਣੇ ਕੋ ਫਾਈਂਡ ਆਊਟ ਕਰ ਸਕਦੇ ਹੋ ਐਵਰੇਜ એનર્ਜੀ ਜਿਹੜਾ ਕਿ ਆਪਾਂ ਹੁਣ ਐਕਸਪ੍ਰੈਸ਼ਨ q ਪੋਟੈਂਸ਼ੀਅਲ ਦਾ ਡਰਾਈਵ ਕੀਤਾ ਹੈ ਉਹਦੇ ਵਿੱਚ ਅਗਰ ਆਪਾਂ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਨੂੰ ਇਕੁਏਟ ਕਰੀਏ ਉਹਦੇ ਵਿੱਚ ਇੱਕ ਐਵਰੇਜ એનર્ਜੀ ਦੀ ਹੁੰਦੀ ਹੈ ਇੱਕ ਐਵਰੇਜ ਨੰਬਰ ਆਫ ਪਾਰਟੀਕਲਸ ਦੀ ਹੁੰਦੀ ਹੈ ਤੇ ਇਹਦੇ ਅਕੋਰਡਿੰਗ ਆਪਾਂ ਮਾਈਨਸ ਕਰਲ q ਬਾਈ ਕਰਲ ਬੀਟਾ ਦੇ ਕੋਰਸਪੋਂਡਿੰਗ ਰਿਲੇਸ਼ਨ ਤੁਸੀਂ ਡਰਾਈਵ ਕਰ ਸਕਦੇ ਹੋ तो इन्हें ਤੁਸੀਂ ਸੋਲਵ ਆਊਟ ਕਰਕੇ ਦੇਖ ਲੈ ਬੇਟਾ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਹੈਂਡਲ ਕਰ ਲਾਂਗੇ ਫ੍ਰੀ એનર્ਜੀ ਤੁਹਾਡੇ ਕੋਲ ਪਤਾ ਹੈ g pv ਦੇ ਬਰਾਬਰ ਹੋ ਜਾਂਦੀ ਹੈ तो ਇਹਦੇ ਵਿੱਚ ਤੁਸੀਂ ਪ੍ਰੈਸ਼ਰ ਦੀ ਵੈਲਿਊ ਤੁਸੀਂ ਫਾਈਂਡ ਕਰ ਚੁੱਕੇ ਹੋ ਵੋਲਿਊਮ ਆ ਚੁੱਕਿਆ ਹੈ ਫ੍ਰੀ એનર્ਜੀ ਆ ਚੁੱਕੀ ਹੈ ਤੁਸੀਂ ਇਹ ਚੀਜ਼ਾਂ ਫਾਈਂਡ ਕਰਕੇ ਦੇਖ ਸਕਦੇ ਹੋ ਜੈਸੇ ਐਕਸਰਸਾਈਜ਼ ਦਾ ਬਹੁਤ ਦਿੱਤੀ ਹੋਈ ਹੈ ਬੇਟਾ ਤੁਸੀਂ ਇਹ ਐਂਟਰੋਪੀ ਦਾ ਕਨਸੈਪਟ ਵੀ ਇੱਥੇ ਫਾਈਂਡ ਕਰਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਆਏਗਾ ਕਿਸ ਤਰ੍ਹਾਂ ਨਹੀਂ तो नेक्स्ट टाइम ਆਪਾਂ डिस्कस ਕਰਾਂਗੇ ਬੇਟਾ ਕਲਾਸੀਕਲ ਆਈਡੀਅਲ ਗੈਸ ਐਜ਼ ਐਨ ਐਗਜ਼ਾਮਪਲ ਆਫ ਗ੍ਰੈਂਡ ਕੈਨੋਨਿਕਲ ਐਂਸੈਂਬਲ ਇਹਦੇ ਵਿੱਚ ਕਾਫੀ ਸਾਰੇ ਲੰਬੇ ਆਰਟੀਕਲ ਹੋਣਗੇ ਬੇਟਾ ਸੋ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਆਪਾਂ ਹੈਂਡਲ ਕਰਾਂਗੇ ਅਦਰਵਾਈਜ਼ ਇਹਨੂੰ ਆਪਣੇ ਹੈਂਡ ਰਿਟਨ ਨੋਟਸ ਤੇ ਪੜਾ ਕੇ ਦਿੰਦੇ ਦੇਖ ਲਿਓ ਅਗਰ ਕੋਈ ਪ੍ਰੋਬਲਮ ਆਏਗੀ ਜਾਂ ਕਿਤੋਂ ਨਹੀਂ ਪਤਾ ਲੱਗ ਰਿਹਾ ਜਾਂ ਕਿਤੇ ਸ਼ਾਰਟਕਟ ਦਿਖ ਰਿਹਾ ਤਾਂ ਉਹ ਦੱਸ ਦੇਣਾ ਮੈਂ ਤੁਹਾਨੂੰ ਕਲੀਅਰ ਕਰਵਾ ਦਾਂਗਾ तो थैंक यू वेरी मच अगर कोई डाउट्स है तो बस